जी आਇਆਂ ਨੂੰ ਪਿਆਰੇ ਵਿਦਿਆਰਥੀਓ ਸੀਨੀਅਰ ਸੈਕੰਡਰੀ ਕਲਾਸਿਸ ਅਰਥਾਤ 11ਵੀਂ ਅਤੇ 12ਵੀਂ ਜਮਾਤ ਦੀ ਅੰਗਰੇਜ਼ੀ ਦੀ ਕਿਤਾਬ ਇੰਗਲਿਸ਼ ਗ੍ਰਾਮਰ ਐਂਡ ਕੰਪੋਜੀਸ਼ਨ ਉਸ ਦਾ ਲੈਸਨ ਨੰਬਰ 19 ਅਨਸੀਨ ਕੰਪਰੀਹੈਂਸ਼ਨ ਦਾ ਪੈਰਾਗ੍ਰਾਫ ਨੰਬਰ 1 ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ। ਸੋ ਤੁਸੀਂ ਨੋਟਬੁੱਕ ਅਤੇ ਪੈਨ ਲੈ ਲਓ ਤੇ ਜਿਹੜੇ ਅਰਥ ਪੈਰਾਗ੍ਰਾਫ ਦੇ ਪੜ੍ਹ ਕੇ ਕੀਤੇ ਜਾਣਗੇ ਉਹਨਾਂ ਨੂੰ ਬੜੇ ਧਿਆਨ ਦੇ ਨਾਲ ਸੁਣੋ। ਜਿਹੜੇ ਕੋਈ ਨਵੇਂ ਸ਼ਬਦ ਆਣਗੇ ਉਹਨਾਂ ਦੇ ਅਰਥ ਦੱਸੇ ਜਾਣਗੇ, ਕੋਈ ਮੁਹਾਵਰੇ ਆਣਗੇ ਉਹ ਦੱਸੇ ਜਾਣਗੇ ਤੇ ਉਹਨਾਂ ਨੂੰ ਨੋਟ ਕਰ ਲਓ। ਜੇ ਤੁਸੀਂ ਦੱਸੀ ਹੋਈ ਐਕਸਪਲੇਨੇਸ਼ਨ ਨੂੰ ਧਿਆਨ ਨਾਲ ਸੁਣ ਕੇ ਸਮਝ ਲਓਗੇ ਤੇ ਫਿਰ ਜਿਹੜੇ ਸਵਾਲ ਨੇ ਉਹਨਾਂ ਦੇ ਹੱਲ ਕਰਨੇ ਤੁਹਾਡੇ ਲਈ, ਤੇ ਜਿਹੜੇ ਹੱਲ ਮੈਂ ਤੁਹਾਡੇ ਲਈ ਤਿਆਰ ਕੀਤੇ ਨੇ ਉਹਨਾਂ ਨੂੰ ਸਮਝਣਾ ਤੇ ਯਾਦ ਕਰਨਾ ਤੁਹਾਡੇ ਲਈ ਬੜਾ ਸੌਖਾ ਹੋ ਜਾਏਗਾ। ਸੋ ਆਓ ਸ਼ੁਰੂ ਕਰੀਏ। ਰੀਡ ਦੀ ਫੋਲੋਇੰਗ ਪੈਸੇਜ ਐਂਡ ਆਨਸਰ ਦੀ ਕੁਐਸਚਨਸ ਗਿਵਨ ਬਿਲੋ, ਅਰਥਾਤ ਹੇਠ ਲਿਖਿਆ ਜੋ ਪੈਸੇਜ ਪੈਰਾਗ੍ਰਾਫ ਨੂੰ ਪੜ੍ਹੋ ਅਤੇ ਆਨਸਰ ਦੀ ਕੁਐਸਚਨਸ ਗਿਵਨ ਬਿਲੋ ਤੇ ਥੱਲੇ ਦਿੱਤੇ ਜਿਹੜੇ ਇਸ ਤੋਂ ਬਾਅਦ ਸਵਾਲ ਨੇ ਉਹਨਾਂ ਦੇ ਜਵਾਬ ਦਿਓ। Penicillin is one of the most useful drugs. One of the most useful ਦਾ ਮਤਲਬ ਹੈ ਸਭ ਤੋਂ ਵੱਧ ਲਾਹੇਵੰਦ ਵਿੱਚੋਂ ਇੱਕ। ਡਰੱਗਸ ਅਰਥਾਤ ਸਭ ਤੋਂ ਵੱਧ ਲਾਹੇਵੰਦ ਦਵਾਈਆਂ ਵਿੱਚੋਂ ਇੱਕ ਪੈਨੀਸਿਲਿਨ ਹੈ। ਇਨਵੈਂਟਿਡ ਬਾਏ ਮੈਨ, ਜਿਨ੍ਹਾਂ ਦੀ ਕਾਢ ਮਨੁੱਖ ਵੱਲੋਂ ਕੱਢੀ ਗਈ ਹੈ। ਅਰਥਾਤ ਇਨਵੈਂਟ ਦਾ ਮਤਲਬ ਕਾਢ ਕੱਢਣੀ, ਇਨਵੈਂਟਿਡ ਮੈਨੇ ਕਾਢ ਕੱਢੀ ਗਈ, ਬਾਏ ਮੈਨ ਅਰਥਾਤ ਮਨੁੱਖ ਵੱਲੋਂ ਖੋਜ ਕੀਤੀ ਗਈ, ਕਾਢ ਕੀਤੀ ਗਈ ਦਵਾਈਆਂ ਵਿੱਚੋਂ ਸਭ ਤੋਂ ਵੱਧ ਯੂਜ਼ਫੁਲ ਦਵਾਈਆਂ ਵਿੱਚੋਂ ਇੱਕ ਪੈਨੀਸਿਲਿਨ ਹੈ। ਸੋ ਜੋ ਪੈਨੀਸਿਲਿਨ ਬੜੀ ਮਹੱਤਵਪੂਰਨ ਦਵਾਈ ਹੈ। ਤੁਸੀਂ ਹੋ ਸਕਦਾ ਹੈ ਸਾਇੰਸ ਦੇ ਵਿੱਚ 10th ਦੇ ਵਿੱਚ ਇਹਦਾ ਜ਼ਿਕਰ ਪੜ੍ਹਿਆ ਵੀ ਹੋਵੇ। ਸੋ ਇਟਸ ਅ ਟਾਈਪ ਆਫ ਐਂਟੀਬਾਇਓਟਿਕ, ਐਂਟੀਬਾਇਓਟਿਕ ਹੈ ਤੇ ਸਾਰੇ ਡਾਕਟਰ ਇਹਨੂੰ ਵਰਤਦੇ ਨੇ ਔਰ ਵੱਡੀ ਪੱਧਰ ਤੇ ਯੂਜ਼ ਕੀਤੀ ਜਾਂਦੀ ਹੈ। ਕਹਿੰਦੇ ਵਿਦ ਇਟਸ ਹੈਲਪ ਅਰਥਾਤ ਇਸ ਦੀ ਮਦਦ ਦੇ ਨਾਲ ਵੀ ਕੈਨ ਹੀਲ ਵੂੰਡਸ, ਵੂੰਡ ਹੁੰਦਾ ਜ਼ਖਮ, ਵੂੰਡਸ ਹੋ ਗਿਆ ਜ਼ਖਮ ਦਾ ਬਹੁਵਚਨ, ਤੇ ਹੀਲ ਹੁੰਦਾ ਜ਼ਖਮ ਨੂੰ ਮੇਲਣਾ ਜਾਂ ਜ਼ਖਮ ਨੂੰ ਭਰਨਾ ਜਾਂ ਜ਼ਖਮ ਨੂੰ ਰਾਜੀ ਕਰਨਾ। ਅਰਥਾਤ ਇਹਦੀ ਮਦਦ ਦੇ ਨਾਲ ਅਸੀਂ ਜ਼ਖਮਾਂ ਨੂੰ ਭਰ ਸਕਦੇ ਹਾਂ, ਰਾਜੀ ਕਰ ਸਕਦੇ ਹਾਂ। ਕਾਜ਼ਡ ਬਾਏ ਬੈਕਟੀਰੀਆ ਅਰਥਾਤ ਜਿਹੜੇ ਜ਼ਖਮ ਜਿਹੜੇ ਨੇ ਉਹ ਬੈਕਟੀਰੀਆ ਕਰਕੇ ਹੁੰਦੇ ਨੇ, ਫੋੜੇ ਫਿੰਸੀਆਂ ਹੋ ਜਾਂਦੇ ਨੇ ਜਾਂ ਹੋਰ ਜ਼ਖਮ ਹੋ ਜਾਂਦੇ ਨੇ। ਬੈਕਟੀਰੀਆ ਵੀ ਬੱਚੋ ਬਹੁਵਚਨ ਸ਼ਬਦ ਹੈ, ਜਿਹੜਾ ਮੂਲ ਸ਼ਬਦ ਹੈ ਉਹ ਹੈ ਬੈਕਟੀਰੀਅਮ। ਏ ਹਟਾ ਦਿਓ ਤੇ ਅੱਗੇ ਲਗਾ ਦਿਓ ਯੂ ਤੇ ਐਮ, ਬੈਕਟੀਰੀਅਮ। ਬੈਕਟੀਰੀਅਮ ਹੈਗਾ ਇੱਕ ਵਚਨ ਤੇ ਬੈਕਟੀਰੀਆ ਹੈਗਾ ਬਹੁਵਚਨ। ਸੋ ਬੈਕਟੀਰੀਆ ਇੱਕ ਕਿਸਮ ਦਾ ਜੀਵਾਣੂ ਹੈ ਜੋ ਕਿ ਸਾਨੂੰ ਅੱਖਾਂ ਨਾਲ ਨਜ਼ਰ ਨਹੀਂ ਆਉਂਦਾ, ਮਾਈਕਰੋਸਕੋਪ ਦੇ ਵਿੱਚ ਨਜ਼ਰ ਆਉਂਦਾ ਹੈ, ਖੁਰਦਬੀਨ ਦੇ ਵਿੱਚ ਨਜ਼ਰ ਆਉਂਦਾ ਹੈ। ਸੋ ਬੜੇ ਕਿਸਮ ਦੇ ਜੀਵਾਣੂ ਹੁੰਦੇ ਹਨ, ਪੈਰਾਸਾਈਟ ਵੀ ਹੁੰਦਾ ਹੈ, ਪ੍ਰੋਟੋਜ਼ੋਆਨ ਵੀ ਹੁੰਦਾ ਹੈ, ਫੰਗਸ ਵੀ ਹੁੰਦਾ ਹੈ। ਸੋ ਇਹ ਜਿਹੜੇ ਇੱਕ ਕਿਸਮ ਦਾ ਬੈਕਟੀਰੀਆ ਜਿਹੜੇ ਹੈਗੇ ਨੇ ਜੀਵਾਣੂ ਨੇ, ਇਹਦੇ ਨਾਲ ਜਿਹੜੇ ਜ਼ਖਮ ਹੋ ਜਾਂਦੇ ਨੇ ਉਹਨਾਂ ਜ਼ਖਮਾਂ ਨੂੰ ਭਰਨ ਲਈ ਅਸੀਂ ਇਹਦੀ ਮਦਦ ਲੈਂਦੇ ਹਾਂ ਪੈਨੀਸਿਲਿਨ ਦੀ। ਕਹਿੰਦੇ ਵਿਚ ਕੈਨ ਨਾਟ ਬੀ ਅਦਰਵਾਈਜ਼ ਹੀਲਡ, ਜਿਹੜੇ ਕਿ ਕਿਸੇ ਹੋਰ ਢੰਗ ਦੇ ਨਾਲ, ਅਦਰਵਾਈਜ਼ ਮੈਨੇ ਨਹੀਂ ਤਾਂ ਭਰੇ ਨਹੀਂ ਜਾ ਸਕਦੇ, ਇਹਦਾ ਹੋਰ ਕੋਈ ਢੰਗ ਨਹੀਂ ਹੈਗਾ। ਸੋ ਪੈਨੀਸਿਲਿਨ ਉਹ ਜ਼ਖਮਾਂ ਨੂੰ ਭਰਨ ਲਈ ਬੜੀ ਲਾਹੇਵੰਦ ਸਾਬਿਤ ਹੁੰਦੀ ਹੈ, ਬੜੀ ਮਦਦਗਾਰ ਹੁੰਦੀ ਹੈ। ਵਿਚ ਕੈਨ ਨਾਟ ਬੀ ਅਦਰਵਾਈਜ਼ ਹੀਲਡ, ਜਿਹੜੇ ਇਹ ਤੋਂ ਬਿਨਾਂ ਅਦਰਵਾਈਜ਼ ਮੈਨੇ ਨਹੀਂ ਤਾਂ ਉਹ ਜ਼ਖਮ ਭਰੇ ਨਹੀਂ ਜਾ ਸਕਦੇ। ਇਨ ਦੀ ਬਿਗਨਿੰਗ ਮੈਨੇ ਸ਼ੁਰੂਆਤ ਵਿੱਚ, ਆਰੰਭ ਵਿੱਚ, ਵੈਰੀ ਫਿਊ ਪੀਪਲ ਨਿਊ ਆਫ ਦਿਸ ਵੰਡਰਫੁਲ ਡਿਸਕਵਰੀ। ਡਿਸਕਵਰੀ ਮੈਨੇ ਖੋਜ, ਵੰਡਰਫੁਲ ਮੈਨੇ ਬੜੀ ਵਧੀਆ, ਤੇ ਵੰਡਰਫੁਲ ਡਿਸਕਵਰੀ ਹੋ ਗਿਆ ਬੜੀ ਵਧੀਆ ਖੋਜ। ਔਰ ਇਟਸ ਯੂਜ਼ਸ ਜਾਂ ਇਹਦੇ ਫਾਇਦੇ। ਕਹਿੰਦੇ ਸ਼ੁਰੂ ਵਿੱਚ, ਆਰੰਭ ਵਿੱਚ ਬੜੇ ਥੋੜੇ ਲੋਕਾਂ ਨੂੰ ਇਸ ਬਹੁਤ ਵਧੀਆ ਖੋਜ, ਕਿਹੜੀ ਵਧੀਆ ਖੋਜ, ਪੈਨੀਸਿਲਿਨ, ਔਰ ਇਟਸ ਯੂਜ਼ਸ ਅਤੇ ਇਹਦੇ ਫਾਇਦਿਆਂ ਬਾਰੇ ਪਤਾ ਸੀ, ਬਹੁਤ ਘੱਟ ਲੋਕ ਜਾਣਦੇ ਸੀਗੇ। ਫਸਟ ਪਹਿਲਾਂ, ਦੀ ਸਾਇੰਟਿਸਟਸ ਵਿਗਿਆਨੀ, ਐਂਡ ਅਤੇ ਦੈਨ ਉਸ ਮਗਰੋਂ, ਦੀ ਮਿਨਿਸਟਰਸ ਮੰਤਰੀ, ਆਫ ਗਵਰਨਮੈਂਟਸ ਸਰਕਾਰਾਂ ਦੇ ਮੰਤਰੀ। ਅਰਥਾਤ ਪਹਿਲਾਂ ਤੇ ਸਭ ਤੋਂ ਪਹਿਲਾਂ ਵਿਗਿਆਨੀ ਤੇ ਉਸ ਮਗਰੋਂ ਸਰਕਾਰਾਂ ਦੇ ਮੰਤਰੀ ਵਰ ਇੰਟਰਸਟਿਡ ਇਨ ਇਟ, ਇਸ ਵਿੱਚ ਰੁਚਿਤ ਹੋਏ। ਅਰਥਾਤ ਉਹਨਾਂ ਨੇ ਇਸ ਦਵਾਈ ਦੇ ਵਿੱਚ ਦਿਲਚਸਪੀ ਦਿਖਾਈ। ਫਿਰ ਕਹਿੰਦੇ ਸਿੰਸ ਦਾ ਮਤਲਬ ਇੱਥੇ ਬਿਕੋਜ਼, ਕਿਉਂਕਿ, ਸਿੰਸ ਮਨੇ ਕਿਉਂਕਿ, ਪੈਨੀਸਿਲਿਨ ਕੁਡ ਸੇਵ ਦੀ ਵੂੰਡਿਡ ਸੋਲਜਰਸ। ਸੋ ਮੰਤਰੀ ਜਿਹੜੇ ਸੀਗੇ ਸਰਕਾਰਾਂ ਦੇ ਉਹ ਇਹ 'ਚ ਰੁਚਿਤ ਕਿਉਂ ਹੋਏ? ਵੂੰਡ ਮੈਨੇ ਜ਼ਖਮ, ਵੂੰਡਿਡ ਮੈਨੇ
ਜ਼ਖਮ ਨਾਲ ਭਰਿਆ ਹੋਇਆ ਜ਼ਖਮੀ ਫੱਟੜ ਹੋਇਆ। ਸ਼ੋਲਡਰ ਮੈਨੇ ਫੌਜੀ ਕੁਡ ਸੇਵ ਬਚਾ ਸਕਦੀ ਸੀ, ਕਿਉਂਕਿ ਜਿਹੜੀ ਪੈਨੀਸਿਲਿਨ ਦਵਾਈ ਸੀਗੀ ਇਹ ਫੱਟੜ ਹੋਏ ਫੌਜੀਆਂ ਦੀ ਜਾਨ ਬਚਾ ਸਕਦੀ ਸੀ। ਇਸ ਕਰਕੇ ਬੱਚੇ ਦੇਖੋ, ਜਾਨ ਨਹੀਂ ਤੇ ਫੌਜੀ ਜਿਹੜੇ ਸੀ ਫੱਟੜ ਹੋਏ ਮਰ ਜਾਂਦੇ ਸੀ, ਫੱਟ ਲੱਗਦੇ ਸੀਗੇ ਚਾਕੂ ਦੇ, ਤਲਵਾਰਾਂ ਦੇ, ਗੋਲੀਆਂ ਦੇ, ਤੇ ਉਹ ਜ਼ਖਮ 'ਚ ਫਿਰ ਉਹ ਬੈਕਟੀਰੀਆ ਦਾ ਇਨਫੈਕਸ਼ਨ ਹੋ ਜਾਂਦਾ ਸੀਗਾ, ਠੀਕ ਹੈ ਨਾ, ਬੈਕਟੀਰੀਅਲ ਇਨਫੈਕਸ਼ਨ ਹੋ ਜਾਂਦਾ ਸੀਗਾ ਤੇ ਉਹ ਫੌਜੀ ਮਰ ਜਾਂਦੇ ਸੀਗੇ। ਸੋ ਇਹ ਬਚਾ ਸਕਦੀ ਸੀ। ਕਹਿੰਦੇ ਇਟ ਵਾਜ਼ ਹੈਲਪਫੁਲ ਇਨ ਵਾਰ, ਵਾਰ ਮੈਨੇ ਜੰਗ, ਹੈਲਪਫੁਲ ਮੈਨੇ ਲਾਹੇਵੰਦ, ਇਹ ਜੰਗ ਦੇ ਵਿੱਚ ਲਾਹੇਵੰਦ ਸੀ, ਮਦਦਗਾਰ ਸੀ। ਸੋ ਇਸ ਲਈ ਦੇ ਡਿਸਾਈਡਡ, ਉਹਨਾਂ ਨੇ ਫੈਸਲਾ ਕੀਤਾ। ਕਿਹਨਾਂ ਨੇ ਫੈਸਲਾ ਕੀਤਾ? ਵਿਗਿਆਨੀਆਂ ਨੇ ਤੇ ਸਰਕਾਰਾਂ ਦੇ ਮੰਤਰੀਆਂ ਨੇ। ਟੂ ਇਨਕਰੇਜ ਮੈਨੇ ਹੱਲਾਸ਼ੇਰੀ ਦੇਣੀ, ਮਤਲਬ ਕਿ ਕਹਿਣਾ ਸ਼ਾਬਾਸ਼ ਸ਼ਾਬਾਸ਼ ਬੱਲੇ ਬੱਲੇ, ਮਤਲਬ ਕਿ ਹੱਲਾਸ਼ੇਰੀ ਦੇਣੀ। ਦੀ ਪ੍ਰੋਸੈਸ ਮੈਨੇ ਪ੍ਰਕਿਰਿਆ ਆਫ ਮੈਨੂਫੈਕਚਰ, ਇਹਨੂੰ ਪੈਦਾ ਕਰਨ ਦੀ, ਇਹਨੂੰ ਬਣਾਉਣ ਦੀ ਪ੍ਰਕਿਰਿਆ ਲਈ ਸਰਕਾਰਾਂ ਨੇ ਫਿਰ ਹੱਲਾਸ਼ੇਰੀ ਦਿੱਤੀ। ਵਾਸਟ ਫੈਕਟਰੀਜ਼, ਫੈਕਟਰੀ ਤੇ ਮੈਨੇ ਕਾਰਖਾਨਾ, ਵਾਸਟ ਮੈਨੇ ਵੱਡੇ, ਸੋ ਵਾਸਟ ਫੈਕਟਰੀ ਮੈਨੇ ਵੱਡੀਆਂ ਫੈਕਟਰੀਆਂ। ਵਰ ਸੈਟਅਪ ਮੈਨੇ ਸਥਾਪਿਤ ਕੀਤੀਆਂ ਗਈਆਂ, ਬਣਾਈਆਂ ਗਈਆਂ। ਫॉर ਪ੍ਰੀਪੇਅਰਿੰਗ ਇਟ, ਇਹਨੂੰ ਤਿਆਰ ਕਰਨ ਲਈ, ਪੈਨੀਸਿਲਿਨ ਨੂੰ ਤਿਆਰ ਕਰਨ ਲਈ ਵੱਡੀਆਂ ਫੈਕਟਰੀਆਂ ਲਾਈਆਂ ਗਈਆਂ। ਸੈਟਅਪ ਦਾ ਮਤਲਬ ਲਾਈਆਂ ਗਈਆਂ, ਸਥਾਪਿਤ ਕੀਤੀਆਂ ਗਈਆਂ। ਲਾਈਵਸ, ਜ਼ਿੰਦਗੀਆਂ, ਇੱਕ ਵਚਨ ਹੈ ਲਾਈਫ, LIFE, ਉਹਦਾ ਮਤਲਬ ਹੈ ਇੱਕ ਜੀਵਨ, ਤੇ ਲਾਈਵਸ ਜ਼ਿੰਦਗੀ ਦਾ ਬਹੁਵਚਨ, ਬਹੁਤ ਸਾਰੀਆਂ ਜ਼ਿੰਦਗੀਆਂ। ਆਫ ਹੰਡਰਡਸ, ਕਈ ਸੌ, ਐਂਡ ਥਾਊਜ਼ੈਂਡਸ, ਕਈ ਹਜ਼ਾਰ, ਆਫ ਸੋਲਜਰਸ, ਫੌਜੀਆਂ, ਵਰ ਸੇਵਡ, ਅਰਥਾਤ ਬਚਾ ਲਈਆਂ ਗਈਆਂ। ਵਿਦ ਇਟਸ ਹੈਲਪ, ਇਹਦੀ ਮਦਦ ਦੇ ਨਾਲ, ਅਰਥਾਤ ਕਈ ਸੌ, ਕਈ ਹਜ਼ਾਰ ਫੌਜੀਆਂ ਦੀਆਂ ਜ਼ਿੰਦਗੀਆਂ ਇਹਦੀ ਮਦਦ ਨਾਲ, ਕਿਹਦੀ ਮਦਦ ਨਾਲ? ਪੈਨੀਸਿਲਿਨ ਦੀ ਮਦਦ ਦੇ ਨਾਲ ਬਚਾ ਲਈਆਂ ਗਈਆਂ। ਮੋਸਟ ਪੀਪਲ ਬੈਨੀਫਿਟਡ ਫਰੋਮ ਇਟ, ਬੈਨੀਫਿਟ ਮੈਨੇ ਹੁੰਦਾ ਲਾਹਾ ਲੈਣਾ, ਮੋਸਟ ਮੈਨੇ ਜ਼ਿਆਦਾਤਰ, ਮੋਸਟ ਪੀਪਲ ਜ਼ਿਆਦਾਤਰ ਲੋਕਾਂ ਨੇ ਬੈਨੀਫਿਟਡ ਫਰੋਮ ਇਟ, ਇਹ ਤੋਂ ਲਾਹਾ ਲਿਆ। ਅਰਥਾਤ ਮਾੜਾ ਮੋਟਾ ਵੀ ਕੋਈ ਫੱਟ ਲੱਗਦਾ ਸੀ, ਸੱਟ ਲੱਗਦੀ ਸੀ ਤੇ ਇਨਫੈਕਸ਼ਨ ਦਾ ਖਤਰਾ ਹੁੰਦਾ ਸੀ, ਤੇ ਉਹ ਲੋਕ ਵੀ ਜਿਹੜੇ ਸੀਗੇ ਉਹਨਾਂ ਨੇ ਇਹ ਤੋਂ ਬਹੁਤ ਜ਼ਿਆਦਾ ਫਾਇਦਾ ਲਿਆ। ਫਿਰ ਕਹਿੰਦੇ ਪੈਨੀਸਿਲਿਨ ਵੈਨ ਇੰਟਰੋਡਿਊਸਡ ਇਨਟੂ ਦੀ ਸਟਰੀਮ। ਹੁਣ ਬੱਚੇ ਸਟਰੀਮ ਦੇ ਬੜੇ ਸਾਰੇ ਮਤਲਬ ਹੁੰਦੇ ਨੇ, ਇੱਥੇ ਸਟਰੀਮ ਦਾ ਮਤਲਬ ਹੈਗਾ ਵਹਾਅ, ਵਹਿਣ। ਜਿੱਦਾਂ ਨਦੀ ਨੂੰ ਤੁਸੀਂ ਕਹਿ ਦਿੰਦੇ ਆ, ਨਦੀ ਨੂੰ ਅਸੀਂ ਕਹਿ ਦਿੰਦੇ ਆ ਰਿਵਰ, ਤੇ ਜੇ ਛੋਟਾ ਵਹਿਣ ਹੋਵੇ, ਜਿੱਦਾਂ ਆਪਣੇ ਪੰਜਾਬ 'ਚ ਚੋਅ ਵਗਦੇ ਨੇ, ਤੇ ਅਸੀਂ ਉਹਨੂੰ ਫਿਰ ਸਟਰੀਮ ਕਹਿ ਦਿੰਦੇ ਹਾਂ। ਜਾਂ ਮਾੜਾ ਪਾਣੀ ਦਾ ਕਿਤੇ ਵਹਿਣ ਜਾ ਰਿਹਾ ਹੋਵੇ, ਨਦੀ ਵਾਂਗੂ ਨਹੀਂ, ਛੋਟਾ ਜਿਹਾ ਹੋਵੇ, ਕੁਝ ਫੁੱਟ ਚੌੜਾ ਹੋਵੇ, ਤੇ ਉਹਨੂੰ ਸਟਰੀਮ ਕਹਿ ਦਿੰਦੇ ਹਾਂ। ਤੇ ਬੱਚਿਓ, ਸਾਡੀ ਸਰੀਰ ਦੇ ਵਿੱਚ ਖੂਨ ਵਗਦਾ ਨਾੜੀਆਂ ਦੇ ਵਿੱਚ, ਤੇ ਉਹ ਨਾੜੀਆਂ ਵਿੱਚ ਖੂਨ ਵਗ ਰਿਹਾ, ਤੇ ਉਹ ਜਿਹੜੀ ਇਹ ਧਾਰਾ ਹੈਗੀ ਹੈ, ਖੂਨ ਦੀਆਂ ਧਾਰਾਂ ਵਗ ਰਹੀਆਂ, ਉਹਨੂੰ ਵੀ ਅਸੀਂ ਕਹਿ ਦਿੰਦੇ ਹਾਂ ਸਟਰੀਮ। ਸੋ ਕਹਿੰਦੇ ਪੈਨੀਸਿਲਿਨ ਜਿਹੜੀ ਹੈ ਵੈਨ ਇੰਟਰੋਡਿਊਸਡ, ਜਦੋਂ ਇਹਦਾ ਪ੍ਰਵੇਸ਼ ਕਰਾਇਆ ਜਾਂਦਾ ਹੈ, ਇੰਟਰੋਡਿਊਸ ਮੈਨੇ ਸੂਈ ਦੇ ਰਾਹੀਂ, ਨਾੜੀ ਵਿੱਚ ਜਿਹੜੇ ਸੂਈ ਪਾ ਕੇ, ਇੰਜੈਕਸ਼ਨ ਪਾ ਕੇ ਡਾਕਟਰ ਪਾਉਂਦੇ ਨੇ, ਇਨਟੂ ਦੀ ਸਟਰੀਮਸ ਆਫ ਦੀ ਹਿਊਮਨ ਬਲੱਡ, ਅਰਥਾਤ ਮਨੁੱਖੀ ਖੂਨ ਦਾ ਜਿਹੜਾ ਵਹਾਅ ਹੈ ਉਹਦੇ ਵਿੱਚ ਜਦੋਂ ਇਹਦਾ ਪ੍ਰਵੇਸ਼ ਕਰਾਇਆ ਜਾਂਦਾ ਹੈ, ਤੇ ਫਿਰ ਕੀ ਕਰਦੀ ਹੈ? ਐਕਟਸ ਮੈਨੇ ਕੰਮ ਕਰਦੀ ਹੈ ਐਜ਼ ਐਨ ਏਡ ਮੈਨੇ ਆਸਰੇ ਦੇ ਤੌਰ ਤੇ। ਕਿਹਦੇ ਆਸਰੇ ਦੇ ਤੌਰ ਤੇ? ਟੂ ਦੋਜ਼ ਪਾਰਟਸ, ਉਹ ਹਿੱਸਿਆਂ ਵਾਸਤੇ। ਇੱਥੇ ਹਿੱਸੇ ਦਾ ਮਤਲਬ ਕਿ ਸਰੀਰ ਦੇ ਉਸ ਹਿੱਸੇ ਵਾਸਤੇ, ਵਿਚ ਆਰ ਆਲਵੇਜ਼ ਫਾਈਟਿੰਗ, ਜਿਹੜੇ ਹਮੇਸ਼ਾ ਜੱਦੋ-ਜਹਿਦ ਕਰ ਰਹੇ ਨੇ, ਲੜ ਰਹੇ ਨੇ। ਦੀ ਡੈਡਲੀ ਮੈਨੇ ਮਾਰੂ, ਘਾਤਕ, ਜਾਨਲੇਵਾ। ਜਰਮਸ ਮੈਨੇ ਕੀਟਾਣੂ, ਜੀਵਾਣੂ ਜਿਹੜੇ ਹੈਗੇ ਨੇ, ਜਰਮਸ ਮੈਨੇ ਉਹ ਜੋ ਬੈਕਟੀਰੀਆ ਵਗੈਰਾ, ਅਰਥਾਤ ਉਹ ਸਰੀਰ ਦੇ ਅੰਗ ਜਿਹੜੇ ਹਰ ਵੇਲੇ ਉਸ ਜਰਾਸੀਨਾ ਦੇ ਨਾਲ ਲੜਨ ਵਿੱਚ ਰੁੱਝੇ ਹੋਏ ਹਨ, ਉਹਨਾਂ ਦੀ ਸਾਰੀ ਸ਼ਕਤੀ ਉੱਥੇ ਲੱਗੀ ਹੋਈ ਹੈ। ਤੇ ਜਿੱਲੇ ਫਿਰ ਖੂਨ ਦੇ ਰਾਹੀਂ ਪੈਨੀਸਿਲਿਨ ਪਾਈ ਜਾਂਦੀ ਹੈ, ਤੇ ਇਹ ਪੈਨੀਸਿਲਿਨ ਇੱਕ ਕਿਸਮ ਦਾ ਪਿੱਛੋਂ ਸਪੋਰਟ ਦਿੰਦੀ ਹੈ ਉਸ ਹਿੱਸੇ ਨੂੰ, ਮਤਲਬ ਕਿ ਲਿਸਣ ਨਹੀਂ ਦਿੰਦੀ, ਉਹਨੂੰ ਆਸਰਾ ਦਿੰਦੀ ਹੈ, ਤਾਕਤ ਦਿੰਦੀ ਹੈ। ਠੀਕ ਹੈ, ਇੱਦਾਂ ਬੱਚੋ, ਜਿੱਦਾਂ ਮੰਨ ਲਓ ਇੱਕ ਬੰਦਾ ਹੈ, ਉਹ 5-6 ਬੰਦਿਆਂ ਨਾਲ ਲੜ ਰਿਹਾ ਬੜੀ ਔਖਾ ਹੋ ਕੇ, ਪਰ ਉਹ ਬੰਦੇ 5-6 ਨੇ, ਉਹ ਬੰਦਾ ਤਗੜਾ ਹੈ, ਬੜੀ ਹਿੰਮਤ ਨਾਲ ਲੜਦਾ ਪਿਆ, ਪਰ ਇੱਦਾਂ ਲੱਗਦਾ ਕਿ ਇਹ 5-6 ਜਣੇ ਹੌਲੀ ਹੌਲੀ ਉਹ ਬੰਦਾ ਥੱਕ ਜਾਏਗਾ ਤੇ ਹਾਵੀ ਹੋ ਜਾਣਗੇ। ਹੁਣ ਉਹ ਇੱਕ ਬੰਦਾ ਹੈ ਜਿਹੜਾ ਹੈ ਲੜ ਰਿਹਾ ਹੈ, ਮੰਨ ਲਓ ਉਹਦੇ 2 ਭਰਾ ਹੋਰ ਆ ਜਾਣ ਪਿੱਛੋਂ ਦੀ, ਕਹਿੰਦਾ ਕੋਈ ਨਹੀਂ ਅਸੀਂ ਤੇਰੇ ਨਾਲ ਹੈਗੇ ਹਾਂ, ਉਹ ਵੀ ਨਾਲ ਲੜਨ ਲੱਗ ਜਾਣ, ਤੇ ਫਿਰ 5 ਬੰਦੇ ਜਿਹੜੇ ਲੜਦੇ ਪਏ ਸੀ ਉਹ ਹਰਾਏ ਜਾ ਸਕਦੇ ਨੇ। ਸੋ ਕਹਿਣ ਦਾ ਮਤਲਬ ਜਿਹੜਾ ਸਰੀਰ ਦਾ ਅੰਗ ਕੱਲਾ ਉਹ ਉਹਨਾਂ ਨਾਲ ਲੜ ਰਿਹਾ ਹੁੰਦਾ ਜਰਮਸ ਦੇ ਨਾਲ, ਤੇ ਉਹ ਕੱਲਾ ਪੈ ਜਾਂਦਾ ਹੈ, ਤੇ ਜਿਹੜੀ ਇਹ ਪੈਨੀਸਿਲਿਨ ਆ ਕੇ ਉਸ ਹਿੱਸੇ ਲਈ ਇੱਕ ਬੜਾ ਤਗੜਾ ਆਸਰਾ ਬਣਦੀ ਹੈ, ਸਹਾਰਾ ਬਣਦੀ ਹੈ। ਤੇ ਫਿਰ ਜਿਹੜਾ ਉਹ ਸਰੀਰ ਦਾ ਅੰਗ ਹੈ
ਉਹ ਜਿਹੜੀ ਲੜਨ ਸ਼ਕਤੀ ਹੈ ਉਹਦੀ ਵੱਧ ਜਾਂਦੀ ਹੈ ਤੇ ਉਹ ਜਿਹੜੇ ਜਰਮਸ ਨੇ ਉਹਨਾਂ ਨੂੰ ਹਰਾ ਦਿੰਦਾ ਹੈ ਤੇ ਇਸ ਤਰ੍ਹਾਂ ਉਹ ਜ਼ਖਮ ਭਰ ਜਾਂਦਾ ਹੈ। ਕਹਿੰਦੇ ਇਟ ਡਜ਼ ਨਾਟ ਹੈਵ ਪਾਵਰ ਓਵਰ ਐਵਰੀ ਕਾਈਂਡ ਆਫ ਬੈਕਟੀਰੀਆ। ਹੁਣ ਬੱਚੇ ਬੈਕਟੀਰੀਆ ਦੇ ਬੜੇ ਕਿਸਮਾਂ ਦੇ ਨੇ, ਹਰ ਐਂਟੀਬਾਇਓਟਿਕ ਹਰ ਬੈਕਟੀਰੀਆ ਤੇ ਕੰਮ ਨਹੀਂ ਕਰਦਾ। ਕਹਿੰਦੇ ਇਟ ਡਜ਼ ਨਾਟ ਹੈਵ ਪਾਵਰ ਓਵਰ ਐਵਰੀ ਕਾਈਂਡ ਆਫ ਬੈਕਟੀਰੀਆ। ਕਹਿੰਦੇ ਇਹ ਜਿਹੜੀ ਪੈਨੀਸਿਲਿਨ ਹੈ ਇਹਦੀ ਤਾਕਤ ਜਿਹੜੀ ਹੈ ਹਰ ਕਿਸਮ ਦੇ ਬੈਕਟੀਰੀਆ ਲਈ ਕੰਮ ਨਹੀਂ ਕਰਦੀ, ਪਰ certain kinds are destroyed by penicillin। ਪਰ ਖਾਸ ਕਿਸਮ ਦੇ ਕੁਝ ਬੈਕਟੀਰੀਆ ਨੇ ਜਿਹੜੇ ਬੜੇ ਖਤਰਨਾਕ ਨੇ, ਉਹ ਤਬਾਹ ਕਰ ਦਿੱਤੇ ਜਾਂਦੇ ਨੇ, ਡਿਸਟਰੋਇਡ ਨੇ, ਤਬਾਹ ਕਰ ਦਿੱਤੇ ਜਾਂਦੇ ਨੇ ਕਿਹਦੇ ਦੁਆਰਾ? ਬਾਈ ਪੈਨੀਸਿਲਿਨ ਇਨ ਦੀ ਗ੍ਰੇਟ ਮੈਜੋਰਿਟੀ ਆਫ ਕੇਸਿਸ। ਅਰਥਾਤ ਬਹੁਤ ਵੱਡੀਆਂ ਮਿਸਾਲਾਂ, ਜ਼ਿਆਦਾਤਰ ਮੜੀ ਜਿੱਦਾਂ 100 ਕੇਸ ਹੋਏ ਨੇ ਇਨਫੈਕਸ਼ਨ ਦੇ, ਫੱਟੜ ਦੇ, ਤੇ ਉਹ 'ਚ ਬਹੁਤ ਵੱਡੀ ਮਾਤਰਾ ਵਿੱਚ ਇਹ ਪੈਨੀਸਿਲਿਨ ਕੰਮ ਕਰਦੀ ਹੈ ਤੇ ਜ਼ਿਆਦਾਤਰ ਬੈਕਟੀਰੀਆ ਨੂੰ ਮਾਰ ਦਿੰਦੀ ਹੈ। ਕੁਝ ਖਾਸ ਬੈਕਟੀਰੀਆ ਨੇ ਜਿੱਥੇ ਇਹ ਕੰਮ ਨਹੀਂ ਕਰਦੀ। ਹੁਣ ਬੱਚਿਓ ਸਾਡਾ ਪੈਰਾਗ੍ਰਾਫ ਖਤਮ ਹੋ ਗਿਆ। ਹੁਣ ਅਸੀਂ ਕਰਾਂਗੇ ਸਵਾਲ, ਤੇ ਅਸੀਂ ਸਾਰਾ ਪੈਰਾਗ੍ਰਾਫ ਧਿਆਨ ਨਾਲ ਸੁਣਿਆ ਤੇ ਸਾਨੂੰ ਜਵਾਬ ਦੇਣੇ ਬੜੇ ਸੌਖੇ ਨੇ। ਕਹਿੰਦੇ ਚੂਜ਼ ਦੀ ਕਰੈਕਟ ਸਟੇਟਮੈਂਟ। ਸਹੀ ਕਥਨ ਨੂੰ ਠੀਕ ਦਾ ਨਿਸ਼ਾਨ ਲਗਾਓ, ਉਹਦੀ ਚੋਣ ਕਰੋ। ਪੈਨੀਸਿਲਿਨ ਕੁਡ ਸੇਵ ਦੀ ਵੂੰਡਡ ਸ਼ੋਲਡਰਸ। ਅਸੀਂ ਪੜ੍ਹਿਆ ਹੋਣੀ, ਉਹ ਜ਼ਖਮਾਂ ਨੂੰ ਭਰ ਦਿੰਦੀ ਸੀਗੀ ਤੇ ਇਹਨੇ ਹੰਡਰਡਸ ਐਂਡ ਥਾਊਜ਼ੈਂਡਸ ਆਫ ਲਾਈਵਸ ਆਫ ਦੀ ਸ਼ੋਲਡਰਸ ਵਰ ਸੇਵਡ। ਲਿਖਿਆ ਨਾ ਵੂੰਡਡ, ਫੱਟੜ ਹੋਏ ਫੌਜੀਆਂ ਦੀ ਜਾਨ ਬਚਾ ਸਕਦੀ ਸੀ। ਠੀਕ ਹੈ। ਹੁਣ ਦੇਖੋ ਜੇ ਦੂਜੇ ਵੀ ਦੇਖ ਲਈਏ, ਪੈਨੀਸਿਲਿਨ ਕੁਡ ਨਾਟ ਸੇਵ ਦਾ ਸ਼ੋਲਡਰਸ, ਇਹ ਤੇ ਕਿਤੇ ਵੀ ਨਹੀਂ ਲਿਖਿਆ ਕਿ ਉਹ ਫੌਜੀ ਦੀ ਜਾਨ ਨਹੀਂ ਬਚਾ ਸਕਦੀ ਸੀਗੀ। ਵਾਜ਼ ਹਾਰਮਫੁਲ ਬਣੇ ਨੁਕਸਾਨਦਾਇਕ ਸੀ ਫੌਜੀਆਂ ਲਈ, ਕਿਤੇ ਵੀ ਨਹੀਂ ਲਿਖਿਆ ਇਹ ਗੱਲ। ਪੈਨੀਸਿਲਿਨ ਵਾਜ਼ ਡਿਸਕਾਰਡਡ ਬਣੇ ਤਿਆਗ ਦਿੱਤੀ ਗਈ ਬਾਏ ਦਾ ਸਾਇੰਟਿਸਟ। ਨਹੀਂ, ਸਾਇੰਟਿਸਟ ਨੇ ਤੇ ਇਹਦੇ ਵਿੱਚ ਬੜੀ ਰੁਚੀ ਦਿਖਾਈ, ਦਿਲਚਸਪੀ ਦਿਖਾਈ। ਸੋ ਸਾਡਾ ਇਹ ਆਂਸਰ ਠੀਕ ਹੈ ਬਿਲਕੁਲ। ਫਿਰ ਆ ਗਿਆ ਹੂ ਵਰ ਇੰਟਰਸਟਿਡ ਇਨ ਦੀ ਡਿਸਕਵਰੀ ਆਫ ਪੈਨੀਸਿਲਿਨ ਇਨ ਦਾ ਬਿਗਨਿੰਗ। ਇਹ ਬੱਚੋ ਸਟਾਰਟਿੰਗ 'ਚ ਪੜ੍ਹਿਆ, ਇਨ ਦੀ ਬਿਗਨਿੰਗ the scientists and then the ministers of the government were interested। so scientists and ministers of governments ਕੱਲਾ ਕਿਤੇ ਨਹੀਂ ਹੈਗਾ, ਟੀਚਰਸ ਦੇ ਵੀ ਕੋਈ ਜ਼ਿਕਰ ਨਹੀਂ ਹੈਗਾ, ਡਾਕਟਰਸ ਦਾ ਵੀ ਕੋਈ ਜ਼ਿਕਰ ਨਹੀਂ ਹੈਗਾ। ਬੱਚੇ ਕੰਪਰੀਹੈਂਸ਼ਨ ਹੈ, ਕੰਪਰੀਹੈਂਸ਼ਨ ਵਿੱਚ ਡਾਕਟਰਾਂ ਦਾ, ਟੀਚਰਾਂ ਦਾ ਤੇ ਗਵਰਨਮੈਂਟ ਦਾ ਕਿਤੇ ਜ਼ਿਕਰ ਨਹੀਂ ਹੈਗਾ, ਮਿਨਿਸਟਰਸ ਆਫ ਗਵਰਨਮੈਂਟ ਦਾ ਜ਼ਿਕਰ ਹੈਗਾ। ਠੀਕ ਹੈ, ਅੱਗੇ ਚਲੀਏ। ਹੁਣ ਕਹਿੰਦੇ ਹਾਊ ਵਾਜ਼ ਪੈਨੀਸਿਲਿਨ ਯੂਜ਼ਫੁਲ ਇਨ ਵਾਰਸ। ਅਤੇ ਬੜਾ ਸੌਖਾ ਹੈ ਬੱਚਿਓ। ਸੋ ਇਦਾਂ ਲਿਖ ਦੇਣਾ, ਪੈਨੀਸਿਲਿਨ ਵਾਜ਼ ਯੂਜ਼ਫੁਲ ਇਨ ਵਾਰ as it saved the lives of wounded soldiers। ਕਿਉਂਕਿ ਇਹ ਜਿਹੜੀ ਪੈਨੀਸਿਲਿਨ ਸੀ ਇਹ ਜੰਗ ਦੇ ਵਿੱਚ ਲਾਹੇਵੰਦ ਸੀ, ਕਿਉਂਕਿ ਇਹਨੇ ਫੱਟੜ ਹੋਏ ਫੌਜੀਆਂ ਦੀ ਜਾਨਾਂ ਬਚਾਈਆਂ। ਠੀਕ ਹੈ। ਫਿਰ ਕਹਿੰਦੇ ਹਾਊ ਡਜ਼ ਪੈਨੀਸਿਲਿਨ ਐਕਟ ਐਜ਼ ਔਨ ਹਿਊਮਨ ਬਲੱਡ। ਜਿਹੜੀ ਪੈਨੀਸਿਲਿਨ ਨੇ ਇਹ ਮਨੁੱਖੀ ਖੂਨ ਦੇ ਉੱਤੇ ਕਿਵੇਂ ਅਸਰ ਕਰਦੀ ਹੈ, ਤੇ ਅਸੀਂ ਦੱਸਿਆ ਆਸਰੇ ਦੇ ਤੌਰ ਤੇ ਇਹ ਕੰਮ ਕਰਦੀ ਹੈ। ਸੋ ਇਹਦਾ ਲਿਖਣਾ ਵੈਨ ਇੰਟਰੋਡਿਊਸਡ ਇਨਟੂ ਦੀ ਹਿਊਮਨ ਬਲੱਡ। ਅਰਥਾਤ ਜਦੋਂ ਮਨੁੱਖੀ ਖੂਨ ਦੇ ਵਿੱਚ ਇਹਦਾ ਪ੍ਰਵੇਸ਼ ਕੀਤਾ ਜਾਂਦਾ ਹੈ, ਪੈਨੀਸਿਲਿਨ ਐਕਟਸ ਕੰਮ ਕਰਦੀ ਹੈ ਐਜ਼ ਐਨ ਏਡ, ਆਸਰੇ ਦੇ ਤੌਰ ਤੇ, ਟੂ ਦੋਜ਼ ਪਾਰਟਸ, ਉਹਨਾਂ ਹਿੱਸਿਆਂ ਲਈ ਵਿਚ ਆਰ ਆਲਵੇਜ਼ ਫਾਈਟਿੰਗ ਦੀ ਡੈਡਲੀ ਜਰਮਸ, ਜਿਹੜੇ ਹਮੇਸ਼ਾ ਜਾਨਲੇਵਾ ਕੀਟਾਣੂਆਂ ਨਾਲ ਲੜ ਰਹੇ ਹੁੰਦੇ ਹਨ। ਫਿਰ ਕਹਿੰਦੇ ਫਿਲ ਇਨ ਦੀ ਬਲੈਂਕਸ ਵਿਦ ਅ ਸੂਟੇਬਲ ਵਰਡ ਫਰੋਮ ਦੀ ਪੈਸੇਜ। ਦੀ ਵਾਟਰ ਲੈਵਲ ਡਿਕਰੀਜ਼ਸ, ਪਾਣੀ ਦਾ ਪੱਧਰ ਥੱਲੇ ਹੋ ਜਾਂਦਾ ਹੈ, ਇਨ ਦੀ ਸਟਰੀਮਸ, ਵਹਿਣ ਵਿੱਚ, ਇਨ ਦੀ ਵਿੰਟਰਸ, ਕਿਉਂਕਿ ਸਿਆਲਾਂ ਨੂੰ ਮੀਂਹ ਘੱਟ ਪੈਂਦਾ ਹੈ ਤੇ ਜਿਹੜਾ ਲੈਵਲ ਹੈਗਾ ਬੱਚਿਓ ਉਹ ਘਟ ਜਾਂਦਾ ਹੈ। ਸੋ ਸਟਰੀਮਸ ਦਾ ਮਤਲਬ ਹੈਗਾ ਵਹਿਣ, ਨਾਲੇ, ਵੱਡੇ ਨਾਲੇ ਜਿਹੜੇ ਹੁੰਦੇ ਨੇ, ਚੋਅ ਹੁੰਦੇ ਨੇ, ਉਹਨਾਂ ਨੂੰ ਅਸੀਂ ਸਟਰੀਮਸ ਕਹਿ ਦਿੰਦੇ ਹਾਂ। ਅਗਲਾ ਆ ਗਿਆ, ਕਹਿੰਦੇ ਮੈਚ ਦੀ ਫੋਲੋਇੰਗ ਵਰਡਸ ਇਨ ਕਾਲਮ A with their meaning from column B। so aid, process, method, help, disease। so aid ਮੈਨੇ ਹੁੰਦਾ ਬੱਚਿਓ ਆਸਰਾ, help, aid ਦਾ ਮਤਲਬ help, ਤੇ process ਹੁੰਦੀ ਪ੍ਰਕਿਰਿਆ, ਵਿਧੀ, so method। ਸੋ ਜਿਹੜਾ ਇਹ ਡਿਕਰੀਜ਼ ਹੈ ਇਹ ਘਟਣਾ, ਇੱਥੇ ਨਾ ਏਡ ਦਾ ਮਤਲਬ ਘਟਣਾ ਹੈ, ਨਾ ਪ੍ਰੋਸੈਸ ਦਾ ਮਤਲਬ ਘਟਣਾ ਜਾਂ ਘਟਾਣਾ ਹੈ। ਸੋ ਇਹ ਡਿਕਰੀਜ਼ ਜਿਹੜਾ ਹੈ ਵਾਧੂ ਦੇ ਸ਼ਬਦ ਹੈ, ਇਹ ਸਿਰਫ ਤੁਹਾਨੂੰ ਕਨਫਿਊਜ਼ ਕਰਨ ਲਈ ਤਿੰਨ ਪਾਏ ਨੇ। ਸੋ ਏਡ ਦੇ ਨਾਲ ਹੈਲਪ ਤੇ ਪ੍ਰੋਸੈਸ ਦੇ ਨਾਲ ਮੈਥਡ। ਸੋ ਐਸੀ ਪਿਆਰੇ ਵਿਦਿਆਰਥੀਓ ਪੈਰਾਗ੍ਰਾਫ ਨੰਬਰ 1। ਸੋ ਤੁਸੀਂ ਇਸੇ ਤਰ੍ਹਾਂ ਨੇਮ ਦੇ ਨਾਲ, ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚਲੋ ਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।